हाँ, वेरी गुड इवनिंग बच्चे, वेरी गुड इवनिंग। हाँ जी स्टूडेंट्स, गुड इवनिंग टू ऑल। हाउ आर यू ऑल? Good evening, sir. हाँ जी स्टूडेंट्स, बाकी सारे ठीक ठाक हो? सिर्फ एक रिप्लाई आया है। हाँ जी, सुमन ਨੂੰ ਚੈਟਿੰਗ ਦੀ ਆਦਤ ਪੈ ਗਈ ਨਾ, ਚੈਟਿੰਗ ਤੇ ਚੱਲਦੇ। हाँ जी, अनमोल, प्रियंका। प्रियंका ने तो चलो पहला बोलता, संदीप, सुरिंदर सिंह, सुखवीर भी आ गई। अच्छा, तो मैं दोबारा फिर तो याद करा देना, मंडे ਨੂੰ अपना टेस्ट है, ठीक है? 1A 1B 1C, that mean electric charge, electric field and electric potential ਦਾ ਤੁਹਾਡਾ ਟੈਸਟ ਹੋਏਗਾ, ਥਿਊਰੀ ਐਸ ਵੈਲ ਐਸ ਨਿਊਮੈਰੀਕਲਸ ਦਾ ਪੜਾਓ। ਤਾਂ ਸਾਰੇ ਜਣੇ ਧਿਆਨ ਦੇਣ ਉਸ ਟੈਸਟ ਵੱਲ, ਠੀਕ ਹੈ? ਤੇ ਇਸ ਵਾਰ ਟੈਸਟ ਹੈ ਜਿਹੜਾ ਉਹ ਅੱਛੇ ਤਰੀਕੇ ਦੇ ਨਾਲ ਕੀ ਹੈ ਤੁਸੀਂ ਰੀਪ੍ਰੈਜ਼ੈਂਟ ਕਰਨਾ ਹੈ, ਠੀਕ ਹੈ? ਰੀਪ੍ਰੈਜ਼ੈਂਟੇਸ਼ਨ ਦੇ ਵੀ ਇਸ ਵਾਰ ਮਾਰਕਸ ਮਿਲਣਗੇ, ਕੱਟੇ ਵੀ ਜਾਣਗੇ ਤੇ ਮਿਲਣਗੇ ਵੀ, ਠੀਕ ਹੈ? ਮਤਲਬ ਜਿੰਨਾ ਵੀ ਟੋਟਲ ਹੋਊਗਾ ਉਹਦੇ ਵਿੱਚ 2 और 3 ਮਾਰਕਸ ਮੈਂ ਐਕਸਟਰਾ ਰੱਖੂੰਗਾ ਰੀਪ੍ਰੈਜ਼ੈਂਟੇਸ਼ਨ ਦੇ। ਜਿਹਦਾ ਸਭ ਤੋਂ ਅੱਛੇ ਤਰੀਕੇ ਦਾ ਰੀਪ੍ਰੈਜ਼ੈਂਟੇਸ਼ਨ ਹੋਊਗੀ ਉਹਨੂੰ ਆਪਾਂ ਟੋਟਲ ਦੇ ਵਿੱਚੋਂ ਕੁਝ ਨੰਬਰ ਐਕਸਟਰਾ ਦੇਵਾਂਗੇ, ਠੀਕ ਹੈ? ਤਾਂ ਦੇਖਦੇ ਹਾਂ ਕਿਹੜਾ ਸਟੂਡੈਂਟ ਹੈ ਜੋ ਅੱਛੇ ਤਰੀਕੇ ਦੇ ਨਾਲ ਰੀਪ੍ਰੈਜ਼ੈਂਟ ਕਰ ਸਕਦਾ।
ਤੇ ਜਿਨ੍ਹਾਂ ਦੀ ਰਿਪਰੈਜ਼ੈਂਟੇਸ਼ਨ ਅੱਛੀ ਨਹੀਂ ਹੋਏਗੀ ਉਹਨਾਂ ਦੇ ਮਾਰਕਸ ਕੱਟੇ ਜਾਣਗੇ, ਇਹ ਵੀ ਧਿਆਨ ਰੱਖਿਓ। ਆਇਸ਼ਾ ਇੱਕ ਤੁਸੀਂ ਦੇਖ ਲਿਆ ਸੀ ਇਹਦੇ ਵਿੱਚ ਐਪ ਦੇ ਵਿੱਚ ਤੁਹਾਡੇ ਕੋਲ ਮੈਡੀਕਲ ਆਈ ਥਿੰਕ ਹੈ ਨਾ, ਤੇ ਨੀਟ ਦਾ ਸਿਲੇਬਸ ਵੀ, ਨੀਟ ਦੇ ਕਾਫੀ ਕੁਐਸਚਨਸ ਨੇ ਆਪਣੇ ਇਸ ਐਪ ਦੇ ਵਿੱਚ। ਹਾਂਜੀ ਸਰ ਮੈਂ ਉਹ ਦੇਖਿਆ ਸੀਗਾ। ਸੋਲਵ ਹੁੰਦੇ ਆ ਉਹ, ਦੇਖਿਆ ਸੋਲਵ ਕਰਕੇ? ਸਰ ਨਹੀਂ ਹਲੇ ਸੋਲਵ ਤਾਂ ਨਹੀਂ ਕੀਤੇ ਉਹ। ਸੋਲਵ ਕਰਨੇ ਸੀ ਫਿਰ, ਤੁਸੀਂ ਤਾਂ ਪਹਿਲਾਂ ਤਿਆਰੀ ਕੀਤੀ ਹੋਈ ਹੈ ਨਾ। ਮੈਂ ਸਰ ਉਹ ਨਾ ਐਕਚੁਅਲੀ ਮੇਰਾ ਕੋਈ ਮਤਲਬ ਨਾ ਹੋਰ ਡਿਪਪੀਜ਼ ਲੱਗੀਆਂ ਹੋਈਆਂ ਸੀਗੀਆਂ, ਉਹ ਸੋਲਵ ਕਰ ਰਹੀ ਸੀ ਟੈਸਟ ਲਈ। ਇਹ ਵੀ ਟਰਾਈ ਕਰ ਲੂੰਗੀ ਮੈਂ, ਸੰਡੇ ਹਾਂ ਦੇਖ ਲੂੰਗੀ। ਟਰਾਈ ਕਰਕੇ ਸਮਝ ਮੈਨੂੰ ਨਾ ਰਿਸਪੌਂਸ ਦਿਓ ਵੀ ਤੁਹਾਨੂੰ ਇਹ ਕੁਐਸਚਨਸ ਕਿਵੇਂ ਲੱਗ ਰਹੇ ਨੇ ਜਿਹੜੇ ਆਪਣੀ ਐਪ ਦੇ ਵਿੱਚ ਨੇ, ਕਿਉਂਕਿ ਤੁਸੀਂ ਕਿਹੜੇ ਇੰਸਟੀਚਿਊਟ ਦੇ ਵਿੱਚ ਤਿਆਰੀ ਕੀਤੀ ਹੈ ਪਹਿਲਾਂ? ਸਰ ਐਲਨ ਮੋਹਾਲੀ। ਐਲਨ ਮੋਹਾਲੀ ਹੈ ਨਾ, ਤਾਂ ਮੈਨੂੰ ਥੋੜਾ ਜਿਹਾ ਤਾਂ ਹੀ ਕਹਿ ਰਿਹਾ ਤੁਸੀਂ ਦੇਖਿਓ ਕੁਐਸਚਨਸ ਤੇ ਮੈਨੂੰ ਥੋੜਾ ਜਿਹਾ ਉਹਦੀ ਫੀਡਬੈਕ ਦਿਓ, ਕੁਐਸਚਨਸ ਕਿੱਦਾਂ ਦੇ ਕੁਐਸਚਨਸ ਨੇ। ਠੀਕ ਹੈ ਸਰ। ਹਾਂਜੀ, ਤੇ ਅੱਜ ਦਿਨ ਹੋ ਗਿਆ ਫਰਾਈਡੇ, ਅੱਜ ਫਰਾਈਡੇ, ਹਾਂ ਕੱਲ ਨੂੰ ਸੈਟਰਡੇ ਨੂੰ ਤੁਸੀਂ ਮੇਰੇ ਤੋਂ ਟਾਈਮ ਵੀ ਲੈ ਲਿਓ, ਸੰਡੇ ਨੂੰ ਫਿਰ ਤੁਸੀਂ ਉਸ ਟਾਈਮ ਆ ਜਿਓ। ਤੇ ਬਾਕੀ ਸਟੂਡੈਂਟਸ ਕਿੰਨੇ ਆ ਗਏ? 8 ਜਣੇ ਆ ਗਏ ਨਾ। ਸੁਰਿੰਦਰ ਤੂੰ ਵੀ ਆ ਜੀ ਸੰਡੇ ਨੂੰ, ਠੀਕ ਹੈ? ਟਾਈਮ ਲੈ ਲਈ ਮੈਥੋਂ ਸੈਟਰਡੇ ਨੂੰ। ਬਾਕੀ ਦੇ ਸਟੂਡੈਂਟਸ ਵੀ ਜਿਹੜੇ ਮਤਲਬ ਆ ਸਕਦੇ ਆ, ਅਗਰ ਸੁਮਨ, ਅਨਮੋਲ, ਅਗਰ ਬੱਚੇ ਤੁਸੀਂ ਆ ਸਕਦੇ ਹੋ, ਸੰਦੀਪ ਹੋ ਗਈ, ਸੁਖਵੀਰ, ਅਗਰ ਤੁਸੀਂ ਬੱਚੇ ਆ ਸਕਦੇ ਹੋ 1-2 ਦਿਨਾਂ ਦੇ ਲਈ ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰੋ, ਠੀਕ ਹੈ? ਅਗਰ ਤੁਹਾਡੇ ਕੋਈ ਡਾਊਟਸ ਨੇ ਉਹ ਮੈਂ ਡਾਊਟਸ ਕਲੀਅਰ ਕਰ ਦੂੰਗਾ। ਕਿ ਹੁਣ ਥੋੜਾ ਜਿਹਾ ਮਾਹੌਲ ਠੀਕ ਲੱਗ ਰਿਹਾ, ਹੁਣ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈਗੀ, ਇਸੇ ਕਰਕੇ ਮੈਂ ਬੁਲਾ ਰਿਹਾ ਗਾ, ਠੀਕ ਹੈ? ਪਰ ਮਰਜ਼ੀ ਤੁਹਾਡੀ ਹੈ, ਇਹ ਨਹੀਂ ਹੈਗਾ ਵੀ ਹੁਣ ਜੇ ਨਹੀਂ ਆਓਗੇ ਤਾਂ ਬਾਅਦ ਦੇ ਵਿੱਚ ਆਪਾਂ ਕੰਮ ਨਹੀਂ ਕਰਾਉਣਾ, ਇਹ ਤਾਂ ਕਦੇ ਵੀ ਹੈ ਨਹੀਂ, ਆਪਣਾ ਬਿਹੇਵੀਅਰ ਹੀ ਨਹੀਂ ਹੈਗਾ। ਬਟ ਇਹ ਵੀ ਬੱਚਾ ਤੁਸੀਂ ਕਰਨਾ ਤੁਸੀਂ ਦੇਖੋ ਹੁਣ, ਚਾਹੇ ਹੁਣ ਕਰ ਲਓ ਚਾਹੇ ਬਾਅਦ ਦੇ ਵਿੱਚ ਕਰ ਲਿਓ। ਚਲੋ ਜੀ ਫਿਰ ਸਟਾਰਟ ਕਰੀਏ ਕਲਾਸ ਅੱਜ ਦੀ। ਤਾਂ ਲਾਸਟ ਟਾਈਮ ਅਸੀਂ ਬੱਚੇ ਕਪੈਸਿਟਰ ਸਟਾਰਟ ਕੀਤਾ ਸੀਗਾ, ਕਪੈਸਿਟਰ। ਤੇ ਕਪੈਸਿਟਰ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਇੱਕ ਡਿਵਾਈਸ ਹੈ ਜਿਹੜੀ ਕੀ ਹੈ ਇਲੈਕਟ੍ਰਿਕ ਚਾਰਜ ਸਟੋਰ ਕਰਦੀ ਹੈ ਇਨ ਦਾ ਫਾਰਮ ਆਫ ਇਲੈਕਟ੍ਰਿਕ ਐਨਰਜੀ, ਤੇ ਜਿਹੜਾ ਇਹਦਾ ਡਿਸਚਾਰਜ ਹੈ, ਜਿਹਦਾ ਰੇਟ ਆਫ ਫਲੋ ਆਫ ਐਨਰਜੀ ਉਹ ਬਹੁਤ ਫਾਸਟ ਹੁੰਦਾ ਐਜ਼ ਕੰਪੇਅਰ ਟੂ ਬੈਟਰੀ, ਠੀਕ ਹੈ? ਤਾਂ ਜਿੰਨੇ ਵੀ ਇਹ ਮੋਟਰਸ ਨੇ, ਇਲੈਕਟ੍ਰਿਕ ਮੋਟਰਸ, ਉਹਨਾਂ ਦੇ ਵਿੱਚ ਅਸੀਂ ਕਪੈਸਿਟਰ ਨੂੰ, ਠੀਕ ਹੈ, ਯੂਜ਼ ਕਰਦੇ ਹਾਂ ਅਕੋਰਡਿੰਗ ਟੂ देयर ਕਪੈਸਿਟੀ, ਸੋ ਦੈਟ ਇੱਕ ਸਫੀਸ਼ੀਐਂਟ ਅਮਾਊਂਟ ਆਫ ਐਨਰਜੀ ਉਹ ਮੋਟਰ ਲੈ ਕੇ ਉਸ ਦੇ ਵਿੱਚ ਇੱਕ ਟਾਰਕ ਪੈਦਾ ਹੋ ਸਕੇ। ਟਾਰਕ ਮਤਲਬ ਉਹ ਮੋਟਰ ਦੇ ਵਿੱਚ ਦੀ ਜਿਹੜੀ ਸ਼ਾਫਟ ਹੈ ਉਹਨੂੰ ਘੁਮਾਉਣ ਦੇ ਲਈ ਇੱਕ ਸਫੀਸ਼ੀਐਂਟ ਅਮਾਊਂਟ ਆਫ ਐਨਰਜੀ ਕੀ ਹੈ ਜਨਰੇਟ ਹੋ ਸਕੇ, ਠੀਕ ਹੈ? ਉਸ ਤੋਂ ਬਾਅਦ ਅਸੀਂ ਸਫੈਰੀਕਲ ਕਪੈਸਿਟਰ ਪੜ੍ਹਿਆ ਸੀਗਾ। ਸਫੈਰੀਕਲ ਕਪੈਸਿਟਰ ਦੀ ਅਸੀਂ ਕਪੈਸਿਟੈਂਸ ਫਾਈਂਡ ਕੀਤੀ ਸੀ 4 ਪਾਈ ਐਪਸਾਈਲਨ ਨॉट r ਸੀ ਉਹਦਾ ਰੇਡੀਅਸ, ਇਹ ਸੀ ਕਪੈਸਿਟੈਂਸ। 2 ਬੱਚੇ ਹੋਰ ਆ ਗਏ, 2 ਮਿੰਟ ਆਪਾਂ ਐਡ ਕਰ ਲਈਏ। ਹਾਂਜੀ, ਤਾਂ ਇਹ ਸਫੈਰੀਕਲ ਕਪੈਸਿਟਰ ਦੀ ਅਸੀਂ ਕਪੈਸਿਟੈਂਸ ਪੜ੍ਹੀ ਸੀਗੀ, ਠੀਕ ਹੈ? ਵੀ ਜਿਹੜੀ ਕਪੈਸਿਟੈਂਸ ਹੈ ਸਫੈਰੀਕਲ ਕਪੈਸਿਟਰ ਦੀ ਉਹ ਰੇਡੀਅਸ ਆਫ ਦੀ ਕਪੈਸਿਟਰ ਡਿਪੈਂਡ ਕਰਦੀ ਹੈ। ਇਹ ਸੀ ਫ੍ਰੀ ਸਪੇਸ ਦੇ ਵਿੱਚ। ਫਿਰ ਅਸੀਂ ਜਦੋਂ ਮਟੀਰੀਅਲ ਕੋਈ ਪਲੇਸ ਕੀਤਾ ਸੀਗਾ ਤਾਂ ਅਸੀਂ ਦੇਖਿਆ ਸੀਗਾ ਇਹ ਕੀ ਹੈਗਾ ਸੀ 4 ਪਾਈ ਐਪਸਾਈਲਨ m into r। ਦੋਨਾਂ ਇਕੁਏਸ਼ਨਸ ਨੂੰ ਡਿਵਾਈਡ ਕਰਕੇ ਅਸੀਂ ਇਹ ਫਾਈਂਡ ਕਰ ਲਿਆ ਸੀ ਕਿ ਮੀਡੀਅਮ ਦੇ ਵਿੱਚ ਜਿਹੜੀ ਕਪੈਸਿਟੈਂਸ ਹੈ ਉਹ k ਟਾਈਮਸ ਆਫ ਕੀ ਹੁੰਦੀ ਹੈ, 에ਅਰ ਔਰ ਵੈਕਿਊਮ ਦੀ ਕਪੈਸਿਟੈਂਸ ਦੇ ਬਰਾਬਰ ਹੁੰਦੀ ਹੈ। ਜਿਹੋ ਜੀ ਤੁਹਾਡੇ ਕੋਲੇ k ਦੀ ਵੈਲਿਊ ਹੋਊਗੀ ਉਹੋ ਜੀ ਤੁਹਾਡੀ ਕਪੈਸਿਟੈਂਸ ਹੈ ਜਿਹੜੀ ਉਹ ਵਿਦ ਰਿਸਪੈਕਟ ਟੂ ਮਟੀਰੀਅਲ ਕੀ ਹੋ ਜਾਂਦੀ ਹੈ, ਚੇਂਜ ਹੋ ਜਾਂਦੀ ਹੈ। ਇਹ ਆਪਾਂ ਸਭ ਕੁਝ ਪੜਿਆ ਸੀਗਾ ਫॉर ਸਫੈਰੀਕਲ ਕਪੈਸਿਟਰ। ਸਫੈਰੀਕਲ ਕਪੈਸਿਟਰ ਦੇ ਲਈ ਇਹ ਅਸੀਂ ਪੜਿਆ ਸੀਗਾ। ਸਟੂਡੈਂਟਸ ਕਾਫੀ ਲੇਟ ਆ ਰਹੇ ਨੇ, ਬੱਚੇ ਜੋ ਅੱਜ ਲੇਟ ਆਏ ਹੋ ਜਲਦੀ ਆਇਆ ਕਰੋ, ਇੰਨਾ ਲੇਟ ਨਾ ਆਇਆ ਕਰੋ। ਤਾਂ ਆਪਾਂ ਇਹ ਕੱਲ ਸਭ ਕੁਝ ਇਹ ਪੜ੍ਹ ਲਿਆ ਸੀਗਾ ਵੀ ਸਫੈਰੀਕਲ ਕਪੈਸਿਟਰ ਕੀ ਹੁੰਦਾ ਹੈ, ਉਹਦੀ ਕਪੈਸਿਟੈਂਸ ਕੀ ਹੁੰਦੀ ਹੈ, ਕਿਹੜੇ ਕਿਹੜੇ ਫੈਕਟਰ ਤੇ ਉਹ ਡਿਪੈਂਡ ਕਰਦੀ ਹੈ। ਤੇ ਤੁਹਾਨੂੰ ਮੈਂ ਦੱਸਦਾ ਸੀ ਵੀ ਜਿਹੜੇ ਇਸ ਚੈਪਟਰ ਦੇ ਵਿੱਚ
ਇੰਪੋਰਟੈਂਟ ਜਿਹੜਾ ਫਾਰਮੂਲਾ ਉਹ ਹੈਗਾ Q is equal to CV। ਤੁਹਾਨੂੰ ਸਟੈਪ ਸਮਝਾਤੇ ਸੀਗੇ ਕਿ ਸਭ ਤੋਂ ਪਹਿਲਾ ਸਟੈਪ ਹੈ ਜੇ ਕਦੋਂ ਵੀ ਤੁਸੀਂ ਕਪੈਸਿਟੈਂਸ ਫਾਈਂਡ ਕਰਨੀ ਹੈ, ਪਹਿਲਾ ਸਟੈਪ ਹੈ ਤੁਹਾਡਾ ਪੋਟੈਂਸ਼ੀਅਲ ਫਾਈਂਡ ਕਰਨਾ, ਦੂਸਰਾ ਸਟੈਪ ਆ ਤੁਹਾਡਾ Q is equal to CV ਪੁੱਟ ਕਰਨਾ। ਬਸ ਇੰਨਾ ਹੀ ਅਸੀਂ ਕੰਮ ਕਰਨਾ ਹੈ, ਠੀਕ ਹੈ। ਇੱਕ ਤੁਹਾਨੂੰ ਫਾਰਮੂਲਾ ਦੱਸਿਆ ਸੀ E is equal to V/D, ਪੋਟੈਂਸ਼ੀਅਲ ਗ੍ਰੇਡੀਐਂਟ ਵਾਲਾ ਫਾਰਮੂਲਾ ਇਸ ਤਰੀਕੇ ਦੇ ਨਾਲ ਲੱਗੂਗਾ। ਮਤਲਬ ਅਗਰ ਤੁਸੀਂ ਕਿਤੇ ਪੋਟੈਂਸ਼ੀਅਲ ਫਾਈਂਡ ਕਰਨਾ ਹੈ ਤਾਂ ਫਾਰਮੂਲਾ ਕੀ ਹੋਊਗਾ, V is equal to E into D, ਠੀਕ ਹੈ ਜੀ। ਚਲੋ ਅੱਜ ਅਸੀਂ ਕਰਦੇ ਹਾਂ ਬੱਚੇ ਪੈਰਲਲ ਪਲੇਟ ਕਪੈਸਿਟਰ। ਪੈਰਲਲ ਪਲੇਟ कैपेसिटर। व्हाट इज अ पैरेलल प्लेट कैपेसिटर? नाम तो क्लियर है, कैपेसिटर तो बस समझ लिया एक डिवाइस है ਜਿਹੜੀ ਕੀ ਹੈ એનર્ਜੀ ਸਟੋਰ ਕਰਦੀ ਹੈ। ਹੁਣ ਉਹ ਡਿਵਾਈਸ ਦੀ ਸ਼ੇਪ ਕਿਵੇਂ ਬਣਾਉਣੀ ਹੈ, ਉਹ ਅਸੀਂ ਸ਼ੇਪ ਬਣਾਉਣੀ ਹੈ ਇਨ ਦਾ ਫਾਰਮ ਆਫ ਪੈਰਲਲ ਪਲੇਟਸ। ਮਤਲਬ ਇੱਕ ਅਸੀਂ ਪਲੇਟ, ਇੱਕ ਮੈਟਲ ਦੀ ਪਲੇਟ ਇਸ ਤਰੀਕੇ ਦੇ ਨਾਲ ਕੰਸੀਡਰ ਕੀਤੀ, ਠੀਕ ਹੈ ਜੀ। ਫਿਰ ਕੁਝ ਡਿਸਟੈਂਸ ਤੇ ਇੱਕ ਅਸੀਂ ਦੂਸਰੀ ਮੈਟਲ ਦੀ ਪਲੇਟ ਰੱਖੀ। ਇੱਕ ਪਲੇਟ ਨੂੰ ਅਸੀਂ ਕੀ ਹੈ ਪੋਜ਼ਿਟਿਵ ਚਾਰਜ ਦੇਣਾ ਸ਼ੁਰੂ ਕਰਤਾ, ਮਤਲਬ ਕੋਈ ਐਕਸਟਰਨਲ ਬੈਟਰੀ ਵਗੈਰਾ ਜਾਂ ਲਾਉਣਾ ਪਊਗਾ ਨਾ ਤੁਸੀਂ ਉਹਨੂੰ ਚਾਰਜ ਕਰਨ ਦੇ ਲਈ ਇੱਕ ਵਾਰੀ ਇਹਨੂੰ, ਠੀਕ ਹੈ। ਜਿਵੇਂ ਕਮਲ ਨੇ ਮੈਨੂੰ ਕੱਲ ਕਪੈਸਿਟਰ ਦੀ ਫੋਟੋ ਵੀ ਭੇਜੀ ਸੀ, ਮੈਨੂੰ ਲੱਗਦਾ ਇਹਨੇ ਐਕਸਪੈਰੀਮੈਂਟ ਕਰਕੇ ਦੇਖ ਲਿਆ। ਕਮਲ ਕਰੰਟ ਤਾਂ ਨਹੀਂ ਲੱਗਿਆ? ਕਮਲ ਬੱਚੇ ਕਰੰਟ ਤਾਂ ਨਹੀਂ ਲੱਗਿਆ ਕੱਲ? ਨਹੀਂ ਸਰ, ਕੀਤਾ ਨਹੀਂ ਸੀ ਐਕਸਪੈਰੀਮੈਂਟ। ਅੱਛਾ, ਕੱਲਾ ਕਪੈਸਿਟਰ ਦੇਖਿਆ ਸੀ ਹੈ? ਯੈਸ ਸਰ। ਓਕੇ ਓਕੇ। ਤਾਂ ਬੱਚੇ ਆ ਦੋ ਪਲੇਟਸ ਨੇ, ਇੱਕ ਨੂੰ ਅਸੀਂ ਪੋਜ਼ਿਟਿਵ ਚਾਰਜ ਦਿੱਤਾ, ਇੱਕ ਨੂੰ ਅਸੀਂ ਨੈਗੇਟਿਵ ਚਾਰਜ ਦਿੱਤਾ, ਠੀਕ ਹੈ। ਇਸ ਦੀ ਤੁਸੀਂ ਕੀ ਹੈ ਸਰਫੇਸ ਚਾਰਜ ਡੈਂਸਿਟੀ ਸਿਗਮਾ ਬੋਲ ਸਕਦੇ ਹੋ। ਤੇ ਇੱਕ ਸੈਕਿੰਡ ਬੱਚੇ, ਹਾਂਜੀ। ਤਾਂ ਇਸ ਤੇ ਬੱਚੇ ਜੇ ਪਲੇਟ ਤੇ ਚਾਰਜ ਕਿਊ ਹੈ ਤੇ ਇਹਦੀ ਸਰਫੇਸ ਚਾਰਜ ਡੈਂਸਿਟੀ ਆਪਾਂ ਨੂੰ ਪਤਾ ਕਿ ਸਿਗਮਾ ਹੋਗੀ। ਇਹਦੇ ਨੈਗੇਟਿਵ ਚਾਰਜ ਹੈ ਤੇ ਇਹਦੀ ਸਰਫੇਸ ਚਾਰਜ ਡੈਂਸਿਟੀ ਕਿੰਨੀ ਹੋਗੀ, ਮਾਈਨਸ ਸਿਗਮਾ। ਪੜ੍ਹਦੇ ਨਾ ਸਿਗਮਾ ਕੀ ਹੁੰਦਾ ਸੀਗਾ, ਸਰਫੇਸ ਚਾਰਜ ਡੈਂਸਿਟੀ ਮਤਲਬ ਚਾਰਜ ਪਰ ਯੂਨਿਟ ਏਰੀਆ। ਅਗਰ ਪੋਜ਼ਿਟਿਵ ਸਰਫੇਸ ਚਾਰਜ ਡੈਂਸਿਟੀ ਹੈ ਮਤਲਬ ਪੋਜ਼ਿਟਿਵ ਚਾਰਜ ਇੱਕ ਯੂਨਿਟ ਏਰੀਆ ਚ ਕਿੰਨਾ ਹੈ, ਨੈਗੇਟਿਵ ਸਰਫੇਸ ਡੈਂਸਿਟੀ ਦਾ ਮਤਲਬ ਕਿ ਇੱਕ ਯੂਨਿਟ ਏਰੀਆ ਦੇ ਵਿੱਚ ਕਿੰਨਾ ਨੈਗੇਟਿਵ ਚਾਰਜ ਹੈ। ਤੇ ਇਹਦੇ ਪਲੇਟਸ ਦੇ ਵਿਚਕਾਰ ਕੋਈ ਡਿਸਟੈਂਸ ਹੈਗਾ D। ਹੁਣ ਇਹ ਪਲੇਟਸ ਤੁਹਾਨੂੰ ਨਾ ਏਦਾਂ ਦਿਖ ਰਹੀਆਂ ਨੇ, ਇਹ ਏਦਾਂ ਨਹੀਂ ਜਾਂ ਏਦਾਂ ਪਲੇਟਸ ਨੇ 3D ਦੇ ਵਿੱਚ, ਠੀਕ ਹੈ। ਇਹਨਾਂ ਦੇ ਵਿਚਕਾਰ ਕੋਈ ਡਿਸਟੈਂਸ ਹੈ D, ਜਿਹੜਾ ਅਸੀਂ ਕੀ ਹੈ ਚੇਂਜ ਵੀ ਕਰ ਸਕਦੇ ਹਾਂ। ਉਹ ਫਿਲਹਾਲ ਇੱਕ ਕਪੈਸਿਟਰ ਦੇ ਲਈ ਫਿਕਸ ਹੁੰਦਾ ਹੈਗਾ। ਤੇ ਇਹਦੇ ਵਿਚਕਾਰ ਕੀ ਹੈ, ਇਹਦੇ ਵਿਚਕਾਰ ਹੈਗਾ 에ਅਰ ਜਾਂ ਵੈਕਿਊਮ, ਠੀਕ ਹੈ। ਇੱਕ ਆਈਡੀਅਲ ਕੰਸੈਪਟ ਮੈਂ ਲੈ ਕੇ ਚੱਲਦੇ ਹਾਂਗਾ ਵੀ ਏਦਾਂ ਦੋ ਪਲੇਟਸ ਨੇ ਜੀ, ਠੀਕ ਹੈ। ਐਕਚੁਅਲ ਦੇ ਵਿੱਚ ਇਹ ਦੋ ਪਲੇਟਸ ਏਦਾਂ ਹੀ ਨਹੀਂ ਹੁੰਦੀਆਂ। ਤੁਸੀਂ ਸੋਚ ਕੇ ਦੇਖੋ ਜੇ ਇੱਕ ਪਲੇਟ ਪੋਜ਼ਿਟਿਵ ਹੈ ਇੱਕ ਨੈਗੇਟਿਵ ਹੈ ਹਨਾ, ਤਾਂ ਡਿਊ ਟੂ ਫੋਰਸ ਆਫ ਅਟਰੈਕਸ਼ਨ ਇਹ ਜਿਹੜੀਆਂ ਪਲੇਟਸ ਨੇ ਆਪਸ ਦੇ ਵਿੱਚ ਕੀ ਕਰ ਜਾਣਗੀਆਂ, ਅਟਰੈਕਟ ਹੋ ਕੇ ਕੀ ਹੈ ਮਤਲਬ ਕੋਲਾਈਡ ਕਰ ਜਾਣਗੀਆਂ। ਤਾਂ ਪੋਜ਼ਿਟਿਵ ਨੈਗੇਟਿਵ ਕੀ ਹੋ ਜਾਊਗਾ, ਨਿਊਟਰਲ ਹੋ ਜਾਊਗਾ। ਤਾਂ ਇਹਨਾਂ ਨੂੰ ਨਾ ਅਸੀਂ ਫਿਕਸ ਕਰਦੇ ਹਾਂ, ਮਤਲਬ ਇਸ ਸਾਈਡ ਤੋਂ ਤੇ ਇਸ ਸਾਈਡ ਤੋਂ ਇਹ ਫਿਕਸ ਹੁੰਦਾ ਹੈ, ਠੀਕ ਹੈ। ਮਤਲਬ ਮੈਂ ਚਲੋ ਪ੍ਰੋਪਰ ਇੱਕ ਵਾਰੀ ਬਣਾਈ ਦਿੰਦਾ। ਅਸੀਂ ਪਹਿਲਾਂ ਐਕਸਟਰਨਲ ਕੋਈ ਸੈੱਲ ਜਾਂ ਬੈਟਰੀ ਲਗਾਵਾਂਗੇ, ਠੀਕ ਹੈ। ਜਦੋਂ ਤੁਸੀਂ ਐਕਸਟਰਨਲ ਸੈੱਲ ਜਾਂ ਬੈਟਰੀ ਲਗਾਓਗੇ 20 ਵੋਲਟ ਦਾ, ਜਿਹੜਾ ਪੋਜ਼ਿਟਿਵ ਟਰਮੀਨਲ ਹੈ ਇਹ ਇਸ ਪਲੇਟ ਨੂੰ ਪੋਜ਼ਿਟਿਵ ਬਣਾ ਦੂਗਾ, ਇਹ ਇਸ ਪਲੇਟ ਨੂੰ ਕੀ ਹੈ ਨੈਗੇਟਿਵ ਵਾਲਾ ਕੀ ਬਣਾ ਦੂਗਾ, ਨੈਗੇਟਿਵ ਬਣਾ ਦੂਗਾ, ਠੀਕ ਹੈ ਜੀ। ਮਤਲਬ 20 ਵੋਲਟ ਦਾ ਪੋਟੈਂਸ਼ੀਅਲ ਡਿਫਰੈਂਸ ਇਸ ਕਪੈਸਿਟਰ ਦੀ ਪਲੇਟ ਦੇ ਅਕ੍ਰੋਸ ਕੀ ਹੈ ਇੱਕ ਸੈੱਟ ਹੋ ਜਾਂਦਾ ਹੈ। ਹੁਣ ਪੈਰਲਲ ਪਲੇਟ ਕਪੈਸਿਟਰ ਸਾਨੂੰ ਸਮਝ ਲੱਗ ਗਿਆ। ਪੈਰਲਲ ਪਲੇਟ ਕਪੈਸਿਟਰ ਦੀ ਕਨਫਿਗਰੇਸ਼ਨ ਕੀ ਹੁੰਦੀ ਹੈ ਕਿ ਦੋ ਜੋ ਮੈਟਲ ਦੀਆਂ ਪਲੇਟਸ ਹੁੰਦੀਆਂ ਨੇ ਜਿਹੜੀਆਂ ਆਪਸ ਕੀ ਹੁੰਦੀਆਂ ਨੇ ਪੈਰਲਲ ਹੁੰਦੀਆਂ ਨੇ ਐਂਡ ਸੈਪਰੇਟਡ ਬਾਈ ਅ ਸਮਾਲ ਡਿਸਟੈਂਸ। ਤੇ ਜਿਹੜੀ ਬੱਚੇ ਪਲੇਟ ਹੈ ਜਿਹੜਾ ਉਹਦਾ ਏਰੀਆ ਆਫ ਕ੍ਰੋਸ ਸੈਕਸ਼ਨ ਆ ਉਹ ਕਿੰਨਾ ਹੁੰਦਾ A। ਦੋਨਾਂ ਪਲੇਟਸ ਦਾ ਏਰੀਆ ਆਫ ਕ੍ਰੋਸ ਸੈਕਸ਼ਨ A ਹੈ। ਪੈਰਲਲ ਪਲੇਟ ਕਪੈਸਿਟਰ ਜਿਹਨੂੰ ਮੈਂ ਲਿਖਣਾ ਹੋਵੇ ਤਾਂ ਮੈਂ ਕੀ ਲਿਖੂੰਗਾ, ਇਟ ਇਜ਼ ਐਨ ਅਰੇਂਜਮੈਂਟ, ਇਟ ਇਜ਼ ਐਨ ਅਰੇਂਜਮੈਂਟ of two metal plates having surface charge density
plus sigma and minus sigma and separated by a distance d। बस आ सिंपल जी की होगी डेफिनेशन। नाउ वी वांट टू फाइंड कैपेसिटेंस ऑफ द कैपेसिटर कि इस कैपेसिटर दी कैपेसिटेंस कितनी है, इस प्लेट ते कितना पॉजिटिव चार्ज आ सकता है, इस प्लेट ते कितना नेगेटिव चार्ज आ सकता है। जिन्ना आप कल की पढ़िया सी, जिन्ना चार्ज ज्यादा होएगा प्लेट्स ते उन्ना ओदे ते पोटेंशियल डिफरेंस ज्यादा होएगा। आप पढ़ना Q इज डायरेक्टली प्रोपोर्शनल टू V बट अप टू अ लिमिट। वो लिमिट कौन सेट करदा सी, दैट इज नोन एज द कैपेसिटेंस। तब ਅਸੀਂ ਕੀ करना है, we want to find the capacitance or capacitivity भी तुसी कह सकते हो। we want to find the capacitance of the capacitor। इस कैपेसिटर दी कैपेसिटी कितनी है चार्ज ਨੂੰ स्टोर ਕਰਨ ਦੀ, ठीक है, ਉਹ ਅਸੀਂ फाइंड करनी है। ਤਾਂ ਪਹਿਲਾਂ ਮੈਂ ਉਹ ਲਿਖਦਾ ਨਾ ਵੀ ਕਿੰਨੀ ਹੁੰਦੀ ਹੈ, ਤੁਸੀਂ ਯਾਦ ਵੀ ਰੱਖਣੀ ਹੈ। ਇਹ ਹੁੰਦੀ ਬੱਚੇ A epsilon naught by T। A ਕੀ ਹੈ, area of cross section of the plates। मैं लिख देना area of cross section of plates and D is the separation between them। आ ਅਸੀਂ प्रूफ करना है। तो बड़ा सौखा प्रूफ है बच्चे, देखो ध्यान ਨਾਲ। प्रूफ स्टेप नंबर 1 देखो, मैं ਤੁਹਾਡੇ ਲਈ स्टेप ਚ ਲਿਖ ਰਿਹਾ, ਤੁਸੀਂ ਐਵੇਂ ਪੇਪਰ ਚ ਨਹੀਂ ਲਿਖ ਕੇ ਆਉਣਾ ਵੀ स्टेप 1 स्टेप 2 नहीं, ਤੁਹਾਡੇ ਵਾਸਤੇ ਲਿਖ ਰਹੇ, ठीक है। स्टेप नंबर 1 ਕੀ ਸੀ ਆਪਣਾ, फाइंड पोटेंशियल। ਇਹਦੇ ਨਾਲ ਆਇਆ ਨਾ ਤੁਹਾਨੂੰ ਦਿੱਕਤ ਨਹੀਂ ਆਊਗੀ ਕਦੇ। फाइंड पोटेंशियल ਸਭ ਤੋਂ ਪਹਿਲਾਂ ਸਾਡਾ ਕੰਮ ਕੀ ਹੈ, पोटेंशियल फाइंड करना। ਤਾਂ ਦੇਖੋ ਹੁਣੀ ਮੈਂ ਦੱਸ ਕੇ ਹਟਿਆ, अगर देखो बच्चे एक प्लेट पॉजिटिव है तो एक प्लेट नेगेटिव है, दैट मीन्स इन्ना प्लेट्स के विचकार एक सैट हो गया फील्ड, दैट फील्ड इज नोन एज इलैक्ट्रिक फील्ड। ਤੇ D ਇਹਨਾਂ ਦੇ ਵਿਚਕਾਰ ਦਾ ਕੀ ਹੈ, ਡਿਸਟੈਂਸ ਹੈ। ਤਾਂ ਆਪਾਂ ਨੂੰ ਪਤਾ ਹੈ ਇਲੈਕਟ੍ਰਿਕ ਫੀਲਡ ਇਜ਼ ਇਕੁਅਲ ਟੂ V upon D। ਇਹਦਾ ਮਤਲਬ V ਕੀ ਹੋਊਗਾ, V is equal to E into D। this is the formula to calculate potential। ਤਾਂ ਅਸੀਂ ਕੀ ਲਿਖਾਂਗੇ, V is equal to E into D। ठीक है जी, ਇੱਥੇ ਲਿਖ ਦੋ we know। ਅੱਛਾ V, ਅੱਛਾ ਇਲੈਕਟ੍ਰਿਕ ਫੀਲਡ ਦੀ ਜੇ ਬੱਚੇ ਮੈਂ ਗੱਲ ਕਰਾਂ, ਅਸੀਂ ਯਾਦ ਕਰੋ ਦੇਖੋ ਇੱਕ ਥਿਨ ਸ਼ੀਟ ਵਾਲਾ ਆਰਟੀਕਲ ਕੀਤਾ ਸੀਗਾ। ਇੱਕ ਥਿਨ ਸ਼ੀਟ ਕਰਕੇ ਜਿਹੜਾ ਅਸੀਂ ਇਲੈਕਟ੍ਰਿਕ ਫੀਲਡ ਫਾਈਂਡ ਕੀਤਾ ਸੀ, ਮੈਂ ਨਾਲ ਨਾਲ ਇੱਥੇ ਲਿਖਦਾ, ਉਹ ਇਲੈਕਟ੍ਰਿਕ ਫੀਲਡ ਸੀਗਾ ਸਿਗਮਾ ਬਾਈ 2 ਐਪਸਾਈਲਨ ਨॉट। ਸਿਗਮਾ ਬਾਈ 2 ਐਪਸਾਈਲਨ ਨॉट। ਤੇ ਥਿਕ ਵਾਸਤੇ ਕੀ ਸੀਗਾ, E is equal to sigma by epsilon naught। ਇਹ ਥਿਕ ਵਾਸਤੇ ਸੀਗਾ, ਆ ਥਿਨ। ਹੁਣ ਇੱਥੇ ਕੈਪੈਸਿਟੀ ਦੇ ਦੋ ਪਲੇਟਸ ਨੇ, मतलब एक थिन प्लेट से दूसरे थिन प्लेट्स तो मिला के की बनता है, एक इलैक्ट्रिक फील्ड बने। तो ਉਹਦਾ ਫਾਰਮੂਲਾ ਕੀ ਹੋਊਗਾ, E सिग्मा बाय एप्सिलॉन नॉट। मतलब ਜਿਵੇਂ ਮੈਂ ਤੁਹਾਨੂੰ ਉਹ ਕਰਾਇਆ ਸੀ ਨਾ, ਇੱਕ ਪੋਜ਼ਿਟਿਵ ਪਲੇਟ ਰੱਖ ਦਿਓ ਜੀ ਇੱਥੇ, ਇੱਕ ਨੈਗੇਟਿਵ ਪਲੇਟ ਇੱਥੇ ਰੱਖ ਦਿਓ, ਹਨਾ, ਇਹਦੇ ਸੈਂਟਰ ਤੁਸੀਂ ਇਲੈਕਟ੍ਰਿਕ ਫੀਲਡ ਫਾਈਂਡ ਕੀਤਾ ਸੀਗਾ। ਤਾਂ ਯਾਦ ਕਰੋ ਕਿੰਨਾ ਆਇਆ ਸੀ, ਸਿਗਮਾ ਬਾਈ ਐਪਸਿਲॉन नॉट ਆਇਆ ਸੀ। ਤੇ ਇੱਥੇ ਕਿੰਨਾ ਆ ਗਿਆ, ਸਿਗਮਾ ਬਾਈ ਐਪਸਿਲॉन नॉट ਇਨਟੂ ਕੀ ਆ ਗਿਆ, D। व्हाट इज द सिग्मा, sigma is equal to charge per unit area into epsilon naught into D। आ देखो अपने को आ गया चार्ज Q। तो स्टेप नंबर 2 साडा बच्चे हो गया स्टार्ट। स्टेप नंबर 2 की कहंदा है कि जिथे भी तुहानू Q दिख गया पुट कर दो CV। तो CV दी वैल्यू जो पुट करोगे, पुट इन 1, तो V is equal to की आ गया CV upon A epsilon naught into D। V ਨਾਲ V बच्चे हो गया कैंसल, therefore C is equal to क्या आ गया, A epsilon naught by D। This is very very simple derivation। की औखा है तो कुछ भी नहीं। की कीता हाँ जी, एक जे A आए भी सी A जे ਉਹ ਤੋਂ D ਚੋਂ ਕਾਫੀ ਵੱਡਾ ਹੋਵੇ, A B तो काफी बड़ा मतलब A ਜਿਹੜਾ ਏਰੀਆ ਆਫ ਡਿਸਟੈਂਸ ਤੋਂ ਕਾਫੀ ਵੱਡਾ ਹੋਵੇ। नहीं ਇੱਥੇ ਤਾਂ ਨਹੀਂ ਐਵੇਂ ਦਾ ਕੁਝ ਹੈਗਾ, ਹਜੇ ਅੱਗੇ ਜਾ ਕੇ ਪੜਾਂਗੇ ਬੱਚੇ ਇਹਦੇ ਵਿੱਚ ਕੀ ਕੰਪੈਰੀਜ਼ਨ ਆਊਗਾ। ਓਕੇ ਸਰ। ਅੱਛਾ ਤਾਂ ਸਿਰਫ ਆਪਾਂ ਹਜੇ ਕੈਪੈਸਿਟੈਂਸ ਫਾਈਂਡ ਕਰ ਰਹੇ ਹਾਂ, ਹਜੇ ਬਸ ਸਿਰਫ ਆਪਾਂ ਕੈਪੈਸਿਟੈਂਸ ਫਾਈਂਡ ਕੀਤੀ ਹੈ, ਠੀਕ ਹੈ, ਹਜੇ ਆਪਾਂ ਹੋਰ ਕੁਝ ਨਹੀਂ ਕਰਦੇ ਹੈਗੇ।
ठीक है। तो पहला स्टेप की है पोटेंशियल फाइंड करना, दूसरा स्टेप की है Q इज इक्वल टू सी वी पुट करना। हुण इत्थों ਅਸੀਂ थोड़ा जिहा समझांगे। आ देखो सी अपने को की आ गया A एप्सिलॉन नॉट बाय डी। ਇਹਦਾ मतलब कैपेसिटेंस है ਜਿਹੜੀ ਇੱਕ ਤਾਂ एरिया ऑफ क्रॉस सेक्शन ऑफ दी प्लेट से डिपेंड करती है, एक ਜਿਹੜੀ कैपेसिटेंस है ਉਹ ਸੈਪਰੇਸ਼ਨ ਤੇ डिपेंड करती है, एक ਜਿਹੜੀ कैपेसिटेंस है बचे ਉਹ मटीरियल ਤੇ डिपेंड करती है। किते डिपेंड करती है? मटीरियल ਤੇ। कैपेसिटेंस है ਜਿਹੜੀ ਉਹ डायरेक्टली प्रोपोर्शनल है एरिया ऑफ क्रॉस सेक्शन ਦੇ, मतलब जिन्नियां ਤੁਸੀਂ ਵੱਡੀਆਂ प्लेट्स कंसीडर करोगे उन्ना ਉਹਦੇ ਵਿੱਚ ਜ਼ਿਆਦਾ चार्ज अकमुलेट हो सकता है। सोच के देखो छोटे साइकिल की छोटी ट्यूब होंगी है, वड्डे साइकिल की वड्डी ट्यूब होंगी है, तो वड्डी ट्यूब ਦੇ ਵਿੱਚ ਜ਼ਿਆਦਾ हवा भरी जाती है। ਜਿਹੜੇ कार होंगी है, कार की ट्यूब उस तो वड्डी होंगी है, ठीक है। ਇਹਦੇ मतलब ਉਹਦੇ ਵਿੱਚ ਹੋਰ ਜ਼ਿਆਦਾ हवा भरी जाती है। एज इट इज की है जिन्ना प्लेट्स का तुसी एरिया ऑफ क्रॉस सेक्शन ਵਧਾਈ जाओगे उन्नी कैपेसिटेंस ਵਧੀ जाओगी। दूसरा की है C is inversely proportional to D। जिन्नी तुसी सैपरेशन इन्ना प्लेट्स ਦੇ ਵਿਚਕਾਰ ਦੀ ਘਟਾਈ जाओगे उन्नी ज्यादा कैपेसिटेंस की है ਵਧੀ जाओगी। सपोज करो कि तुसी की है आ पॉजिटिव प्लेट है ते नेगेटिव प्लेट ਨੂੰ ਇਹਦੇ ਨਾਲ ਹੀ ਜੋੜਤਾ, पॉजिटिव प्लेट ते नेगेटिव प्लेट ਨੂੰ ਐਂਡ ਕਰਦੇ 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 ਨਾਲ ਹੀ ਜੋੜਤਾ, ਤਾਂ ਇਹ ਕੀ ਹੋ ਗਈ ਨਿਊਟਰਲ। ਹੁਣ ਇਹਨੂੰ ਜਿੰਨਾ ਮਰਜ਼ੀ ਤੁਸੀਂ ਚਾਰਜ ਦੇਈ ਚਲੋ ਦੇਈ ਚਲੋ ਦੇਈ ਚਲੋ, ਇਹਨੇ ਹਮੇਸ਼ਾ ਕੀ ਰਹਿਣਾ न्यूट्रल। ਇਹਦਾ मतलब ਇਹਦੀ कैपेसिटेंस ਕਿੰਨੀ ਹੋ ਗਈ इनफाइनाइट कैपेसिटेंस हो गई। ਐ ਨਹੀਂ ਅਸੀਂ ਕਦੇ ਵੀ ਕਰਦੇ ਹੈਗੇ। ਫਿਰ ਉਹ कैपेसिटर थोड़ी ਹੋਇਆ, ਕਿਉਂਕਿ कैपेसिटर ਵਾਸਤੇ ਪਲੇਟਸ ਕਿੰਨੇ ਚਾਹੀਦੀਆਂ ਨੇ 2, ਠੀਕ ਹੈ ਜੀ। ਤਾਂ ਆਪਸ ਦੇ ਵਿੱਚ ਨਹੀਂ ਜੁੜ ਸਕਦੀਆਂ, ਇਹ ਗੱਲ ਦਾ ਧਿਆਨ ਰੱਖਿਓ, ਠੀਕ ਹੈ। हाँ जे डिस्टेंस घटाओगे कैपेसिटेंस जरूर ਵਧੂਗੀ, जे डिस्टेंस ਵਧਾਓਗੇ ਤਾਂ कैपेसिटेंस जरूर घटूगी। बट एक प्लेट ਨੂੰ दूसरी प्लेट ਨਾਲ ਅਸੀਂ ਜੋੜ ਹੀ ਦਿੱਤਾ ਫਿਰ ਉਹ कैपेसिटर ही नहीं हैगा, वो कैपेसिटर नहीं हैगा। एक ਤਾਂ फैक्टर ये हो गया, दूसरा फैक्टर ये हो गया, थर्ड it depends upon material, it depends upon material between the plates। प्लेट्स ਦੇ ਵਿਚਕਾਰ ਤੁਸੀਂ किस तरीके का मटीरियल रखते हो ये इन्ना ਤੇ भी डिपेंड करता है। ਹੁਣ ਮੇਰੀ ਗੱਲ ਧਿਆਨ ਨਾਲ ਸੁਣੋ, ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਵੀ ਜਿਹੜਾ ਫੈਨ ਦਾ ਜਿਹੜਾ ਕੈਪੈਸਿਟਰ ਹੁੰਦਾ ਜਾਂ ਕੰਡੈਂਸਰ ਹੁੰਦਾ ਹੈ ਹਨਾ, ਜਾਂ ਸੈੱਲ ਜਿਹਨੂੰ ਅਸੀਂ ਬੋਲਦੇ ਆ, ਉਹ ਬਹੁਤ ਛੋਟਾ ਹੁੰਦਾ ਹੈ। ਕਮਲ ਨੇ ਕੱਲ ਫੋਟੋ ਭੇਜੀ ਸੀ, ਕਮਲ ਸਾਰਿਆਂ ਨੂੰ ਭੇਜ ਦਿਓ, ਜੇ ਕਿਸੇ ਨੇ ਨਹੀਂ ਦੇਖੀ ਨਾ ਗਰੁੱਪ 'ਚ ਪਾ ਦਿਓ, ਪਤਾ ਲੱਗ ਜਾਊਗਾ। ਬਹੁਤ ਛੋਟਾ ਹੁੰਦਾ ਉਹ, ਉਸ ਤੋਂ ਵੀ ਛੋਟੇ ਛੋਟੇ ਸੈੱਲ ਹੁੰਦੇ ਨੇ। ਤੁਹਾਡੇ ਮੋਬਾਈਲਾਂ ਦੇ ਵਿੱਚ ਵੀ ਕੀ ਹੈ ਕੈਪੈਸਿਟਰ ਲੱਗੇ ਹੋਏ ਨੇ, ਬਹੁਤ ਛੋਟੇ ਛੋਟੇ। ਤੁਸੀਂ ਸੋਚੋ ਵੀ ਕਿੰਨੇ ਛੋਟੇ ਛੋਟੇ ਕੈਪੈਸਿਟਰ ਲੱਗੇ ਹੋਣੇ। ਜੇ ਅਸੀਂ ਵਧਾਉਣੇ ਆ कैपेसिटर, ਅਸੀਂ ਚਾਹੁੰਦੇ ਵੀ कैपेसिटेंस ਵਧੇ, ਕਿਉਂਕਿ ਜਿੰਨੀ कैपेसिटेंस ਵਧੂਗੀ ਉਹਨਾਂ ਚਾਰਜ ਜ਼ਿਆਦਾ ਸਟੋਰ ਹੋਊਗਾ, ਉਨੀ ਉਹ એનર્ਜੀ ਜ਼ਿਆਦਾ ਡਿਲੀਵਰ ਕਰੂਗਾ। ਪਰ ਇੱਥੋਂ ਸਾਨੂੰ ਸਮਝ ਇਹ ਆ ਰਹੀ ਹੈ ਵੀ ਜੇ कैपेसिटेंस ਵਧਾਉਣੀ ਤਾਂ ਏਰੀਆ ਵਧਾਓ। ਏਰੀਆ ਵਧਾਉਣ ਦਾ ਮਤਲਬ ਤੁਹਾਨੂੰ ਉਸ कैपेसिटर ਦੀ ਪਲੇਟ ਦੀ ਲੈਂਥ ਇਨਟੂ ਬ੍ਰੈਡਥ ਵਧਾਉਣੀ ਪਊਗੀ, ਤਾਂ मतलब कैपेसिटर ਦਾ ਸਾਈਜ਼ ਵੱਡਾ ਕਰਨਾ ਪਊਗਾ। ਅੱਛਾ ਹੋਰ कैपेसिटेंस ਵਧਾਉਣੀ ਹੈ, ਹੋਰ ਕੀ ਹੈ ਏਰੀਆ ਵੱਡਾ ਕਰਨਾ ਪਊਗਾ, ਹੋਰ कैपेसिटेंस ਵਧਾਉਣੀ ਹੈ, ਹੋਰ ਏਰੀਆ। ਇਹ ਤਾਂ ਸਾਡੇ ਵਾਸਤੇ ਦਿੱਕਤ ਆ ਗਈ ਨਾ। ਅਸੀਂ ਚਾਹੁੰਦੇ ਹਾਂ ਵੀ ਚੀਜ਼ਾਂ ਛੋਟੀਆਂ ਤੋਂ ਛੋਟੀਆਂ ਰੱਖੀਏ ਬਟ कैपेसिटेंस ਜ਼ਿਆਦਾ ਹੋਵੇ। ਇਹਦਾ मतलब ਅਸੀਂ ਏਰੀਆ ਨਹੀਂ ਵਧਾਉਂਦੇ। ਠੀਕ ਹੈ ਏਰੀਆ ਤੇ ਡਿਪੈਂਡ ਕਰਦਾ ਹੈ, ਜਿਵੇਂ ਆਪਾਂ ਅਰਥ ਵਾਸਤੇ ਕੈਲਕੂਲੇਟ ਕੀਤਾ ਸੀ, ਅਰਥ ਦਾ ਏਰੀਆ ਤੁਸੀਂ ਕੈਲਕੂਲੇਟ ਕਰ ਲਓ, ਠੀਕ ਹੈ। ਤੇ ਉਹਦੇ ਵਾਸਤੇ कैपेसिटेंस ਆਪਣੇ ਕੋਲ ਕਿੰਨੀ ਹੈ 711 ਮਾਈਕਰੋਫੈਰਡ, ਠੀਕ ਹੈ। ਯਾਦ ਰੱਖਿਓ ਡਾਇਰੈਕਟ ਕਈ ਵਾਰ ਪੇਪਰ ਦੇ ਵਿੱਚ MCQ ਆ ਸਕਦਾ ਵੀ ਅਰਥ ਦੀ कैपेसिटेंस ਕਿੰਨੀ ਹੁੰਦੀ ਹੈ, ਠੀਕ ਹੈ। ਤਾਂ ਕਿੰਨੀ ਹੁੰਦੀ 711 ਮਾਈਕਰੋਫੈਰਡ। ਬਟ ਇਹ ਸਾਡੇ ਲਈ ਕੋਈ ਵਧੀਆ ਤਰੀਕਾ ਨਹੀਂ ਹੈਗਾ ਵੀ ਏਰੀਆ ਵਧਾ ਦਿਓ कैपेसिटेंस ਵੱਧ ਜਾਊਗੀ। हाँ ठीक है ਸਾਨੂੰ क्वेश्चन ਇਹ ਤੇ ਬਣ ਸਕਦੇ ਆ ਵੀ ਇੱਕ ਪਲੇਟ ਦੀ ਕਿਸੇ कैपेसिटर पैरेलल प्लेट कैपेसिटर ਦਾ ਏਰੀਆ ਹਾਫ ਕਰਤਾ ਜੀ ਤਾਂ ਉਹਦੀ कैपेसिटेंस ਤੇ ਕੀ ਫਰਕ ਪੈ ਗਿਆ, ਏਰੀਆ ਡਬਲ ਕਰਤਾ ਤਾਂ ਕੀ ਹੋ ਗਿਆ। ਬਟ ਪ੍ਰੈਕਟੀਕਲੀ ਇਹ ਸਾਡੇ ਵਾਸਤੇ ਇਨਾ ਯੂਜ਼ਫੁਲ ਨਹੀਂ ਹੈਗਾ। ਦੂਸਰਾ ਹੈਗਾ ਵੀ ਅਸੀਂ ਡਿਸਟੈਂਸ ਘਟਾ ਸਕਦੇ ਹਾਂ ਬਟ ਬਹੁਤ ਜ਼ਿਆਦਾ ਡਿਸਟੈਂਸ ਵੀ ਅਸੀਂ ਘਟਾ ਨਹੀਂ ਸਕਦੇ। ਤਾਂ ਸਾਡੇ ਕੋਲੇ ਸਾਡੀ ਰਿਕੁਆਇਰਮੈਂਟ ਕੀ ਹੈ, ਵੀ ਵਾਂਟ ਟੂ ਇਨਕਰੀਜ਼ कैपेसिटेंस, ਤੇ ਸਾਡੇ ਕੋਲੇ ਕੀ ਹੈ ਇਹ ਵੀ ਸਾਡੀ ਰਿਕੁਆਇਰਮੈਂਟ ਹੈ। ਨਾ ਤਾਂ ਅਸੀਂ ਉਹਦੇ ਸਾਈਜ਼ ਵਧਣ ਦੇਣਾ, ਠੀਕ ਹੈ, ਨਾ ਅਸੀਂ ਬਹੁਤ ਜ਼ਿਆਦਾ ਡਿਸਟੈਂਸ ਉਹਨਾਂ 'ਚ ਘੱਟ ਕਰਨਾ। ਤਾਂ ਅਸੀਂ ਕਰੀਏ ਕੀ, ਤਾਂ ਅਸੀਂ ਬੱਚੇ ਅਲੱਗ-ਅਲੱਗ ਤਰ੍ਹਾਂ ਦੇ ਮਟੀਰੀਅਲਸ ਕੀ ਹੈ कैपेसिटर ਦੇ ਵਿਚਕਾਰ ਰਿਪਲੇਸ ਕਰਦੇ ਆ, ਜਿਹਦੇ ਨਾਲ कैपेसिटर ਦੀ कैपेसिटेंस ਇਨਕਰੀਜ਼ ਹੋ ਜਾਂਦੀ ਹੈ। ਇਹ ਸਭ ਤੋਂ ਇੰਪੋਰਟੈਂਟ ਹੈ। ਆ ਦੇਖੋ ਮੈਂ ਤੁਹਾਡੇ ਸਾਹਮਣੇ ਕਰਕੇ ਦਿਖਾਉਣਾ। मान लो ਤੁਹਾਡੇ ਕੋਲ ਇੱਕ ਪੈਰਲਲ ਪਲੇਟ कैपेसिटर, मैं इन्हें बना रहा, दो प्लेट्स ने ਦੀਆਂ, ठीक है जी।
ਆ ਪਲੇਟ ਦੇ ਵਿੱਚ ਪੋਜ਼ਿਟਿਵ ਚਾਰਜ ਹੈ, ਇਹ ਪਲੇਟ ਤੇ ਨੈਗੇਟਿਵ ਚਾਰਜ ਹੈ। ठीक है, ਇਹਦੀ ਸਰਫੇਸ ਚਾਰਜ ਡੈਂਸਿਟੀ प्लस सिग्मा है, ਇਹਦੀ ਕੀ ਹੈ माइनस सिग्मा। ठीक है जी, ਇਹਦੇ ਵਿਚਕਾਰ ਦਾ डिस्टेंस d है, एरिया ऑफ क्रॉस सेक्शन कितना a है। ठीक है, अच्छा ਇਹਦੇ ਵਿਚਕਾਰ ਦੋਨੋਂ ਪਲੇਟਸ ਦੇ ਵਿਚਕਾਰ ਕੀ ਹੈ 에ਅਰ ਹੈ ਜਾਂ ਵੈਕਿਊਮ ਤੁਸੀਂ ਕੰਸੀਡਰ ਕਰ ਸਕਦੇ ਹੋ। ਜੇ 에ਅਰ ਹੈ ਤੁਸੀਂ ਹੁਣੇ ਨਹੀਂ ਕਪੈਸਿਟੈਂਸ ਫਾਈਂਡ ਕੀਤੀ ਹੈ, ਫਾਰਮੂਲਾ ਕੀ ਆਇਆ a एप्सिलॉन नॉट बाय d, ਇਦਾਂ ਆ ਗਿਆ। ਮੈਂ ਕੀ ਕੀਤਾ, मैं इस कैपेसिटर सेम प्लेट है बच्चे, वही एरिया ऑफ क्रॉस सेक्शन सेम, डिस्टेंस भी सेम है। मैं इस प्लेट दे विचकार ना एक मटीरियल फिल करता, भरता मटीरियल, केड़ा मटीरियल, आंसर है डाया इलैक्ट्रिक मटीरियल। ਇਹਦੇ ਬਾਰੇ भी गल करांगे ਆਪਾਂ, ਇਹ ਹੁੰਦੇ ਕੀ ਨੇ ਅਸਲ ਚ। मैं की करता, इनू एक डायलैक्ट्रिक मटीरियल दे नाल भरता, ਇਹਦੇ अंदर मटीरियल भरता, पहला हवा सी ਹੁਣ एक मटीरियल भरता, ਕਿਹੜਾ मटीरियल डायलैक्ट्रिक ਹੁੰਦਾ ਕੀ ਹੈ ਬਾਅਦ ਚ ਦੱਸ, ਪਹਿਲਾਂ ਵੀ ਦੱਸਿਆ ਹੋਇਆ ਬਟ ਅੱਜ ਡਿਟੇਲ ਚ ਦੱਸੂਗਾ। ਤਾਂ ਇਸ ਪਲੇਟ ਤੇ ਕੋਈ ਪੋਜ਼ਿਟਿਵ ਚਾਰਜ ਆਊਗਾ, ਇਸ ਪਲੇਟ ਤੇ ਕੋਈ ਨੈਗੇਟਿਵ ਚਾਰਜ ਹੋਊਗਾ, ਕਿਉਂਕਿ ਅਸੀਂ ਐਕਸਟਰਨਲ ਸੈੱਲ ਦੇ ਨਾਲ ਜੋੜਾਂਗੇ। ਠੀਕ ਹੈ ਜੀ, ਮੈਂ ਜੋੜ ਕੇ ਦਿਖਾ ਰਿਹਾ, ਮੈਂ ਐਜ਼ ਇਟ ਇਜ਼ ਦੱਸ ਰਿਹਾ। ਜਿਹੜਾ ਬੱਚੇ ਤੁਸੀਂ ਆ ਡਾਇਰੈਕਟਰੀ ਮਟੀਰੀਅਲ ਇਹਦੇ ਵਿੱਚ ਐਡ ਕੀਤਾ ਨਾ, ਇਹਦਾ ਡਾਇਰੈਕਟਰੀ ਕਾਂਸਟੈਂਟ k ਗਿਵਨ ਹੈ, ਕੀ ਹੈ k, ਤੇ ਡਾਇਲੈਕਟ੍ਰਿਕ ਵਾਸਤੇ ਜਿਹੜੀ k ਦੀ ਵੈਲਿਊ ਇੱਕ ਤੋਂ ਵੱਡੀ ਹੁੰਦੀ ਹੈ। ਜਿਵੇਂ ਵਾਟਰ ਤੁਹਾਡੇ ਧਿਆਨ ਚ ਹੋਊਗਾ, ਦੱਸ ਸਕਦਾ ਕੋਈ ਸਟੂਡੈਂਟ ਮੈਨੂੰ ਵਾਟਰ ਵਾਸਤੇ ਮੈਂ k ਦੀ ਵੈਲਿਊ ਕਿੰਨੀ ਦੱਸੀ ਸੀ ਜਦੋਂ ਕੂਲਮ ਲਾਅ ਕੀਤਾ ਸੀ? 81। ਵੈਰੀ ਗੁੱਡ, that is 81। ਠੀਕ ਹੈ, ਜਿੰਨੇ ਵੀ ਡਾਇਲੈਕਟ੍ਰਿਕ ਮਟੀਰੀਅਲਸ ਨੇ ਉਹਨਾਂ ਦਾ k greater than 1 ਹੁੰਦਾ ਹੈ। ਚਲੋ ਹੁਣ ਮੈਂ ਇਸ ਕਪੈਸਿਟਰ ਦੀ ਕਪੈਸਿਟੈਂਸ ਫਾਈਂਡ ਕਰਨੀ ਹੈ, ਤਾਂ c is equal to a एप्सिलॉन ਦੀ ਜਗ੍ਹਾ ਤੇ ਕੀ ਇੱਥੇ ਕੀ ਆ ਜਾਊਗਾ एप्सिलॉन m, मैं डायरेक्ट ही करा रहा एक बारी। ठीक है, चाहो तो सुनो मैं डेरिवेशन के अकॉर्डिंग दस दूंगा। c इज इक्वल टू a की आ जाऊगा एप्सिलॉन m, क्योंकि हुण मटीरियल आ गया, पहला हवा सी ताकि की सी परमिटिविटी फॉर फ्री स्पेस, ਇੱਥੇ ਕੀ ਹੈਗਾ परमिटिविटी फॉर अ मीडियम। ਤੇ ਜਿਹੜਾ एप्सिलॉन m बाय एप्सिलॉन नॉट है, ਇਹ ਸਭ ਨੂੰ ਪਤਾ ਹੈ ਇਹ डायरेक्ट्रिक कांस्टेंट k ਦੇ ਬਰਾਬਰ ਹੁੰਦਾ ਹੈ। ਇਹਦਾ मतलब एप्सिलॉन m k टाइम्स ऑफ की होगा एप्सिलॉन नॉट होगा। इन लिख लो इक्वेशन नंबर 1, इन लिख लो इक्वेशन नंबर 2। ਇਹਦਾ मतलब बच्चे ਜਿਹੜੀ सेकंड इक्वेशन है वो की बन गई, वो बन गई c, ਇਹਨੂੰ मीडियम ਦਾ ਲਿਖ ਦੇਣਾ, कैपेसिटेंस व्हेन अ मीडियम इज प्रेजेंट cm। ये आ गया बच्चे a k एप्सिलॉन नॉट बाय d। चेक करो a एप्सिलॉन नॉट d, इक्वेशन नंबर 1 चेक करो की सी कैपेसिटेंस इन अ फ्री स्पेस। ਇਹਦਾ मतलब कैपेसिटेंस इन द प्रेजेंस ऑफ डायरेक्ट्रिक मीडियम इज k टाइम्स ऑफ की हो गया। हाँ देखो पहला भी पढ़ के आए ना स्फेरिकल, हुण भी पढ़ लिया। ਇਹਦਾ मतलब डायलैक्ट्रिक मटीरियल अगर तुसी किसी कैपेसिटर दी प्लेट्स ਦੇ ਵਿਚਕਾਰ फिल कर दो ਤਾਂ ਉਹ मटीरियल इस कैपेसिटेंस दी, इस कैपेसिटर दी कैपेसिटी ਨੂੰ k टाइम्स इंक्रीज कर दूगा। ਜਿਹੋ ਜਿਹਾ मटीरियल ਉਹੀ ਜਿਹੀ ਉਹਦੀ कैपेसिटेंस इंक्रीज हो जाएगी। ਜੇ वाटर भर दोगे ਤਾਂ 81 टाइम्स हो जाएगी। ਜੇ ਕੋਈ ਹੋਰ मटीरियल रखोगे, डायलैक्ट्रिक ਦੇ ਵਿੱਚ ਪੈਰਾਫਿਨ ਵੈਕਸ ਆ ਜਾਂਦੀ ਹੈ। ਠੀਕ ਹੈ, ਤੇ ਤੁਹਾਡੇ ਕੋਲੇ ਕੀ ਹੈ ਜਿਹੜਾ ਤੁਹਾਡਾ ਜਿਵੇਂ ਆਪਣਾ ਉਹ ਦਿਮਾਗ ਚ ਨਿਕਲ ਗਿਆ ਯਾਰ, ਵਾਟਰ ਹੋ ਗਿਆ, ਜਿਵੇਂ ਪੈਰਾਫਿਨ ਵੈਕਸ ਹੋ ਗਿਆ। ਠੀਕ ਹੈ, ਇੱਕ ਉਹ ਕੀ ਬੋਲਦੇ ਯਾਰ ਉਹਨੂੰ, ਮਾਈਕਾ, ਮਾਈਕਾ। ਠੀਕ ਹੈ, ਸਿਰੈਮਿਕ ਵੀ ਆ ਜਾਂਦਾ ਹਰ। ਹਾਂ ਸਿਰਾਮਿਕ ਵੀ ਆ ਜਾਂਦਾ, ਬਿਲਕੁਲ ਉਹ ਮਾਈਕਾ ਹੀ ਹੁੰਦਾ ਇੱਕ ਤਰ੍ਹਾਂ ਦਾ, ਉਹ ਦੋਨਾਂ ਦਾ ਨਾਮ ਸੇਮ ਹੀ ਹੈ, ਇਹਨਾਂ ਦਾ ਮਤਲਬ ਸੇਮ ਹੀ ਹੈ। ਠੀਕ ਹੈ ਜੀ, ਉਹ ਜੇ ਅਗਰ ਤੁਸੀਂ ਫਿਲ ਕਰ ਦੋਗੇ ਤਾਂ ਜਿਹੜੀ ਕਪੈਸਿਟੈਂਸ ਹੈ ਉਹ ਕੀ ਹੈ k ਟਾਈਮਸ ਇਨਕਰੀਜ਼ ਹੋ ਜਾਂਦੀ ਹੈ। ਤਾਂ ਸਭ ਤੋਂ ਬੈਸਟ ਮੈਥਡ ਬੱਚੇ ਸਾਡੇ ਕੋਲ ਇਹ ਹੈ ਕਿ ਕਪੈਸਿਟਰ ਦੀ ਪਲੇਟ ਦੇ ਵਿੱਚ ਮਟੀਰੀਅਲ ਫਿਲ ਕਰੋ। ਹੁਣ ਕਈ ਬੱਚੇ ਇੱਥੇ ਸੋਚਦੇ ਆ ਵੀ ਸਰ ਜ਼ਰੂਰੀ ਹੈ ਵੀ ਡਾਇਲੈਕਟ੍ਰਿਕ ਹੀ ਫਿਲ ਕਰਨਾ, ਕੀ ਅਸੀਂ ਕੋਈ ਕੰਡਕਟਰ ਨਹੀਂ ਫਿਲ ਕਰ ਸਕਦੇ ਹਨਾ? ਤਾਂ ਉਹਦੇ ਵੀ ਜਵਾਬ ਨੇ। ਤਾਂ ਅਸੀਂ ਕੰਡਕਟਰ ਵੀ ਫਿਲ ਕਰਕੇ ਦੇਖਾਂਗੇ ਵੀ ਕੁਛ ਫਰਕ ਪਊਗਾ, ਜੇ ਕੋਈ ਫਰਕ ਪਊਗਾ ਤਾਂ ਕਿੰਨਾ ਕੁ ਫਰਕ ਪਊਗਾ, ਤੇ ਡਾਇਲੈਕਟ੍ਰਿਕ ਜੇ ਫਿਲ ਕਰਦੇ ਆ ਤਾਂ ਕਿੰਨਾ ਜ਼ਿਆਦਾ ਫਰਕ ਪੈਂਦਾ ਹੈ। ਤਾਂ ਉਹ ਅੱਗੇ ਡੈਰੀਵੇਸ਼ਨ ਆਊਗੀ। ਠੀਕ ਹੈ, ਬਟ ਮੈਂ ਤੁਹਾਨੂੰ ਹੁਣੀ ਦੱਸ ਰਿਹਾ डायलैक्ट्रिक materials are the best materials to enhance the capacitance of a capacitor। ਜਿਹੜਾ ਤੁਹਾਡੇ ਘਰਾਂ ਦੇ ਵਿੱਚ ਜਿਹੜੇ ਕਪੈਸਿਟਰਸ ਲੱਗੇ ਹੋਏ ਨੇ ਉਹਨੂੰ ਜੇ ਤੁਸੀਂ ਖੋਲੋਗੇ ਨਾ, ਕਦੇ ਤੋੜੋਗੇ, ਖੁੱਲਣੇ ਨਹੀਂ ਹੈਗੇ, ਟੁੱਟਣਗੇ ਉਹ।
ਤੋੜਨੇ ਪੈਣੇ ਆ, ਭੰਨਣੇ ਪੈਣੇ ਆ। ਤੋੜੋਗੇ ਨਾ ਪਹਿਲਾਂ ਤਾਂ ਉਹ ਚਮਕੀਲੀ ਜੀ ਫਿਲਮ ਨਿਕਲੂਗੀ ਉਹਦੇ ਵਿੱਚੋਂ, ਠੀਕ ਹੈ, ਉਹ ਇਨਸੂਲੇਸ਼ਨ ਕੀਤੀ ਹੁੰਦੀ ਹੈ ਉਹਦੇ ਉੱਪਰ। ਫਿਰ ਉਹਦੇ ਅੰਦਰ ਕੀ ਹੈ, ਉਹ ਤੁਹਾਡੇ ਕੋਲੇ ਮਾਈਕਾ ਮਤਲਬ ਡਾਇਲੈਕਟ੍ਰਿਕ ਮਟੀਰੀਅਲ ਨਿਕਲੂਗਾ, ਬਹੁਤ ਬਰੀਕ ਬਰੀਕ ਥਿਨ ਥਿਨ ਥਿਨ, ਬਿਲਕੁਲ ਜਿਵੇਂ ਇੱਕ ਪੱਤੀ ਹੁੰਦੀ ਹੈ ਬਹੁਤ ਬਰੀਕ ਪੱਤੀ, ਇਹੋ ਜਿਹੀਆਂ 2 ਪਲੇਟਸ ਹੋਣਗੀਆਂ ਬਸ। ਬਾਕੀ ਸਭ ਕੀ ਹੋਊਗਾ, ਮਟੀਰੀਅਲ ਹੀ ਮਟੀਰੀਅਲ ਹੋਊਗਾ। ਮਤਲਬ ਮਟੀਰੀਅਲ ਇੰਨੀ ਜ਼ਿਆਦਾ ਕਪੈਸਿਟੈਂਸ ਕੀ ਹੈ ਉਹਦੀ ਇਨਕਰੀਜ਼ ਕਰਨਾ ਹੈ, ਠੀਕ ਹੈ ਜੀ। ਤਾਂ ਕਲੀਅਰ ਹੋ ਗਿਆ ਜੀ ਪੈਰਲਲ ਪਲੇਟ ਕਪੈਸਿਟਰ ਕੀ ਹੈ ਤੇ ਉਹਦੀ ਕਪੈਸਿਟੈਂਸ ਕਿੰਨੀ ਹੁੰਦੀ ਹੈ, A ਐਪਸਿਲਨ ਨੋਟ ਬਾਈ D। ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਅਗਰ ਕਪੈਸਿਟਰ ਦੀ ਜਿਹੜੀ ਪਲੇਟ ਦੇ ਵਿਚਕਾਰ ਦਾ ਡਿਸਟੈਂਸ ਨੂੰ ਆਪਾਂ ਹਾਫ ਕਰ ਦਈਏ ਤਾਂ ਕਪੈਸਿਟੈਂਸ ਤੇ ਕੀ ਫਰਕ ਪਊਗਾ, ਆਨਸਰ ਹੈ 2 ਟਾਈਮਸ ਇਨਕਰੀਜ਼ ਹੋ ਜਾਊਗੀ। ਤੁਹਾਨੂੰ ਕਹਿ ਦੇਣਾ ਡਿਸਟੈਂਸ ਅਗਰ D ਹੈ, ਆਪਾਂ D/4 ਕਰ ਦਈਏ ਤਾਂ ਕਪੈਸਿਟੈਂਸ ਕੀ ਹੋ ਜੂ, ਤਾਂ ਆਨਸਰ ਹੈ 4 ਟਾਈਮ ਇਨਕਰੀਜ਼ ਹੋ ਜਾਊਗੀ। ਤੁਹਾਨੂੰ ਕਹਿ ਦੇਣ ਪਹਿਲਾਂ ਏਰੀਆ ਆਫ ਕ੍ਰਾਸ ਸੈਕਸ਼ਨ A ਹੈ, ਏਰੀਆ ਨੂੰ ਅਸੀਂ ਡਬਲ ਕਰ ਦਈਏ ਤਾਂ ਕਪੈਸਿਟੈਂਸ ਤੇ ਕੀ ਫਰਕ ਪਊਗਾ, ਤਾਂ ਕਪੈਸਿਟੈਂਸ 2 ਟਾਈਮਸ ਹੋ ਜਾਊਗੀ। ਐਵੇਂ ਦੇ ਕੁਐਸਚਨਸ ਵੀ ਬਣ ਸਕਦੇ ਆ, ਉਹਦਾ ਤੁਸੀਂ ਜਵਾਬ ਦੇ ਸਕਦੇ ਹੋ। ਬਟ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਸਭ ਤੋਂ ਜਿਹੜਾ ਕੀ ਵਧੀਆ ਤਰੀਕਾ ਕੀ ਹੈ ਕਪੈਸਿਟੈਂਸ ਨੂੰ ਇਨਹਾਂਸ ਕਰਨ ਦਾ, ਤਾਂ ਉਹ ਹੈਗਾ ਡਾਇਲੈਕਟ੍ਰਿਕ ਮਟੀਰੀਅਲਸ। if we place a dielectric material inside the parallel plate capacitor, then the capacitance of a capacitor increases by a factor K as compared to the capacitor in which air or a vacuum is filled. Clear? Is it clear to all? Any doubt? Any question? No, sir. कोई क्वेश्चन नहीं है। ओके चलो, dielectrics. What are dielectrics? Dielectrics की ने बचे basically dielectrics are insulators. और तुसी की कह सकते हो टाइप ऑफ इंसुलेटर्स। डायलेक्ट्रिक की ने बेसिकली डायलेक्ट्रिक्स आर इंसुलेटर्स और टाइप ऑफ इंसुलेटर्स, मतलब प्योर इंसुलेटर नहीं होंगे, थोड़ा बहुत ये इंसुलेटर दे नालों डिफरेंस हुंदा है। जिवें बच्चे सानू पता है मटीरियल्स ने जिहड़े, एक तां तुसी कंडक्टर्स पढ़े ने भी, एक तां कंडक्टर्स हुंदे ने, एक असीं 9 चैप्टर दे विच पढ़ांगे सैमी कंडक्टर्स हुंदे ने, ठीक है। एक असीं पढ़दे इंसुलेटर्स हुंदे आ, ते इंसुलेटर दे विच ही असीं की पढ़दे आ डायलैक्ट्रिक्स, ठीक है जी। हुण ये डायलैक्ट्रिक्स, हर एक डायलैक्ट्रिक मटीरियल का एक डायलैक्ट्रिक कांस्टेंट होता है, हर एक डायलैक्ट्रिक मटीरियल का एक डायलैक्ट्रिक कांस्टेंट होता है जिन्होंने असीं की लिखते हैं के। ते के नूं असीं डिफाइन किया है कि हुंदा है E मीडियम अपॉन E, सॉरी उल्टा लिख गया, दैट इज E नॉट बाय E मीडियम। मतलब इलेक्ट्रिक फील्ड इनसाइड अ मीडियम इज इक्वल टू 1 by k times of electric field in air or a free space। जे मैं तुहानू कहा कि मान लो आह एक कैपेसिटर है, कैपेसिटर दी 2 प्लेट्स ने, आ पॉजिटिव, लेक्चर दोबारा तो मैं लाइव होऊंगा, ठीक है, ज्वाइन कर लियो। ਇਹਦੇ ਵਿੱਚ ਕੀ ਹੈ एयर, ਇਹਦੇ ਵਿੱਚ ਕੀ ਹੈ एयर, ਤਾਂ ਆਪਾਂ ਨੂੰ ਪਤਾ ਹੈ इलेक्ट्रिक फील्ड ਐਵੇਂ ਜਾਊਗਾ। ਇਹ इलेक्ट्रिक फील्ड एयर वाला ना, ਜਿਹਨੂੰ ਮੈਂ E नॉट ਲਿਖਦਾ ਹੁੰਦਾ, ਮੈਂ ਉਹਨੂੰ E एक्सटर्नल लिख ਰਿਹਾ। ਕੀ ਲਿਖ ਰਿਹਾ? E एक्सटर्नल। ਹੁਣ ਅਸੀਂ ਕੀ ਕੀਤਾ, ਇਸ ਪਲੇਟਸ ਦੇ ਵਿਚਕਾਰ ਜਿਹੜੀ ਬੱਚੇ ਪਲੇਟ ਹੈ ਨਾ, ਜਿਹੜੀ ਇਹ ਪਲੇਟ ਹੈ ਆ ਪੋਜ਼ਿਟਿਵ, ਇਹ ਨੈਗੇਟਿਵ, ਇਹਦੇ ਵਿੱਚ ਅਸੀਂ ਕੀ ਰੱਖਤਾ, ਇੱਕ डाया इलेक्ट्रिक मटीरियल की प्लेस करता है, एक डाया इलेक्ट्रिक मटीरियल, डाया इलेक्ट्रिक मटीरियल प्लेस करता है।
ਤਾਂ ਡਾਇਲੈਕਟ੍ਰਿਕ ਮਟੀਰੀਅਲ ਪਲੇਸ ਹੋਣ ਦੇ ਨਾਲ ਕੀ ਹੋਊਗਾ, ਦੇਖੋ ਇੱਕ ਤਾਂ ਤੁਸੀਂ ਬਾਹਰੋਂ ਫੀਲਡ ਲਾਇਆ E ਐਕਸਟਰਨਲ, ਇੱਕ ਇਹ ਇਲੈਕਟ੍ਰਿਕ ਫੀਲਡ ਆਪੋਜ਼ਿਟ ਡਾਇਰੈਕਸ਼ਨ ਚ ਕੀ ਪੈਦਾ ਕਰੂਗਾ। ਕਿਉਂ ਪੈਦਾ ਕਰੂਗਾ ਮੈਂ ਦੱਸੂਗਾ, ਪੂਰੀ ਡਿਟੇਲ ਚ ਦੱਸੂਗਾ, ਸੁਣੀ ਚੱਲਿਓ ਧਿਆਨ ਨਾਲ, ਮੈਂ ਦੁਬਾਰਾ ਲੈਕਚਰ ਜੁਆਇਨ ਕਰੂੰਗਾ, ਠੀਕ ਹੈ। ਇੱਕ ਇਹ ਇਲੈਕਟ੍ਰਿਕ ਫੀਲਡ ਇੰਡਿਊਸ ਕਰੂਗਾ, ਠੀਕ ਹੈ ਜੀ। ਜਿਹੜਾ E ਐਕਸਟਰਨਲ ਹੈ ਤੇ ਇੱਕ ਜਿਹੜਾ E ਇੰਡਿਊਸਡ ਹੈ, ਜਿਹੜਾ ਇੰਡਿਊਸਡ ਇਲੈਕਟ੍ਰਿਕ ਫੀਲਡ ਹੈ ਬੱਚੇ ਉਹ E ਐਕਸਟਰਨਲ ਨਾਲੋਂ ਹਮੇਸ਼ਾ ਘੱਟ ਹੋਊਗਾ in case of dielectrics, मतलब net इलेक्ट्रिक फील्ड भी इस साइड बचेगा। तो E net अगर तुसी कैलकुलेट करना है तो तुसी की करोगे, E एक्सटर्नल दे विचों E इंड्यूस्ड की करोगे माइनस करोगे। तो डायलैक्ट्रिक मटीरियल्स मैं तो तुहानू की समझाना चाहना है कि जदों असीं किसी कैपेसिटर दे विचकार एक डायलैक्ट्रिक मटीरियल की है प्लेस कर देंगे ना, तो एक ऑपोजिट इलैक्ट्रिक फील्ड इंड्यूस कर देंगे, जिहदे करके जिहड़ा नेट इलैक्ट्रिक फील्ड है, ठीक है, उहदी वैल्यू की है इस मटीरियल दे अंदर कुछ ना कुछ बच जाती है, कुछ ना कुछ वैल्यू E नेट रहिंदी रहिंदी है। मतलब इस फील्ड दे अंदर इलैक्ट्रिक फील्ड जीरो नहीं रहिंदा। याद करो कंडक्टर दे केस दे विच की हुंदा सी, कंडक्टर दे केसेस दे विच इलैक्ट्रिक फील्ड इनसाइड अ कंडक्टर की है जीरो हो जाता सी। क्यों? क्योंकि वो इक्वल एंड अपोजिट चार्ज की इंड्यूस कर दिंदे सी, जिन्ना तुसी बाहरों एक्सटर्नल इलैक्ट्रिक फील्ड लाउंदे सी उन्ना ही वो इंड्यूस करदे सी। तो एक्सटर्नल माइनस जो इंड्यूस्ड ने बराबर होंगे तो नेट इलैक्ट्रिक फील्ड कितना बचदा सी मीडियम दे विच जीरो। But dielectric materials are those materials in which electric field inside the material does not equal to zero। ते यही प्रॉपर्टी मैं तुहानू इंसुलेटर च भी कराई, याद है, वो भी मैं कहा भी इलैक्ट्रिक फील्ड नॉट इक्वल टू जीरो। तो डायलैक्ट्रिक्स दे विच ये गल तुसीं समझनी है कि जिन्ना नेट इलैक्ट्रिक फील्ड तुसीं लाउणे हो ना, उस तो नेट जिहड़ा अंदर बचदा है वो घट है, घटदा। देखो जी मैं कहता बाहरों मैं 100 लाता, इंड्यूस कितना हो गया मान लो 80, तो बचिया कितना 20। इलैक्ट्रिक फील्ड घट जाता है, ठीक है, बट हुंदा जरूर है, ठीक है। थोड़ा जिहा होर डिटेल समझाउणा है, लेक्चर में दोबारा ज्वाइन कर। सर रिपीट कर दोगे एक बारी? बिल्कुल करूंगा जी, ये तो मैं ट्रेलर दिखाया, हजे तो स्टार्टिंग होगी, ਇਹਦੇ ਨਾਲ ਥੋੜਾ ਜਿਹਾ ਪਤਾ ਜਿਹਾ ਲੱਗ ਜੂ ਵੀ ਕਰਨਾ ਕੀ ਹੈ ਤਾਂ ਕੀਤਾ।